ਤੂੰ ਮੋਇਆਂ ਹੋਇਆਂ ਬੰਦਿਆਂ ਦੀਆਂ ਗੱਲਾਂ ਕਰਨਾ ਹੈ। ਕਦੀ ਕਿਸੇ ਜਿਉਂਦੇ ਜਾਗਦੇ ਜੁੱਸੇ ਵਿੱਚ ਵੀ ਚਿੰਝ ਮਾਰੀ ਆ। ਪੰਜਾਬੀ ਨਾਵਲ ਪਖੇਰੂ, ਲਿਖਣਹਾਰ ਮੁਸਤਨਸਰ ਹੁਸੈਨ ਤਾਰੜ, ਆਵਾਜ਼ ਅਜਮਲ ਸਿਕੰਦਰੀ, ਪੇਸ਼ਕਸ਼ ਪੰਜਾਬੀ ਰੰਗ, ਬੋਲਦੀਆਂ ਕਿਤਾਬਾਂ, ਪਹਿਲੀ ਕਿਸ਼ਤ। ਇੱਕ ਗਿਰਜ ਦੂਜੇ ਨਾਖਿਆ ਹੇਠਾਂ ਵੇਖ, ਦੂਜੇ ਗਿਰਜ ਖੰਭ ਖਿਲਾਰੇ, ਕੁਝ ਵੀ ਨਹੀਂ। ਇੱਕ ਬੰਦਾ ਏ, ਉਜਾੜ ਰੜਾ ਮੈਦਾਨ ਏ। ਇੱਕ ਟੋਂਡੇ, ਬਸ ਖਾਣ ਵਾਲੀ ਕੋਈ ਸ਼ੈ ਨਹੀਂ। ਬੰਦਾ ਈ ਤੇ ਖਾਣ ਵਾਲੀ ਸ਼ੈ ਹੁੰਦੀ ਏ ਕਮਲਿਆ। ਪਹਿਲੇ ਗਿਰਜ ਦੇ ਖੰਭਾਂ ਦੀ ਸ਼ੂਕਰ, ਅਸਮਾਨਾਂ ਦੇ ਚੁੱਪ ਚਾਣ ਸ਼ੀਸ਼ੇ ਉੱਤੇ ਲੋਹੇ ਦੇ ਇੱਕ ਵੱਟਿਆਰ ਡਿੱਗੀ ਤੇ ਉਹਨੂੰ ਲੀਰਾਂ ਲੀਰਾਂ ਕਰ ਦਿੱਤਾ। ਕਿਉਂ ਜੇ ਇਹ ਦੂਜਿਆਂ ਜਾਨਵਰਾਂ ਤੋਂ ਵੱਖ ਹੁੰਦਾ ਏ, ਆਪਣੇ ਆਪ ਨੂੰ ਸਭੋ ਜਾਨਵਰਾਂ ਤੋਂ ਉੱਚਾ ਤੇ ਵੱਡਾ ਸਮਝਦਾ ਏ, ਅਸ਼ਰਫੁਲ ਮਖਲੂਕਾਤ। ਪਰ ਇਹਦੇ ਭਾਈ ਬੰਦ ਇਹਨੂੰ ਜਿਉਂਦਿਆਂ ਮਾਰ ਮੁਕਾਉਂਦੇ ਨੇ ਤੇ ਮੋਇਆ ਹੋਇਆ ਬੰਦਾ ਕਿਸ ਕਾਰੀ ਬੋ ਛੱਡ ਜਾਂਦਾ ਏ, ਫੁੱਲ ਕੇ ਬੁਕਾਨਾ ਹੋ ਜਾਂਦਾ ਏ। ਹਯਾਤੀ ਤੋਂ ਵੱਖ ਹੋ ਕੇ ਉਹਦਾ ਮਾਸ ਫਿੱਕਾ ਤੇ ਬੇਸਵਾਦਾ ਹੋ ਜਾਂਦਾ ਏ। ਇੱਕ ਬਰਕੀ ਖਾਓ ਤੇ ਢਿੱਡ ਆਫਰ ਜਾਂਦਾ ਏ। ਪਰ ਅਜਿਹਾ ਜਿਉਂਦਾ ਜਾਗਦਾ ਬੰਦਾ ਜਿਹਨੂੰ ਉਹਦੇ ਸੱਜਣ ਬੇਲੀਆਂ ਜਿਉਂਦਿਆਂ ਮਾਰ ਮੁਕਾਇਆ ਹੋਵੇ, ਡਾਢਾ ਸਵਾਦੀ ਹੁੰਦਾ ਏ। ਚਿੰਝ ਮਾਰੋ ਤੇ ਇੱਕੋ ਰੁੱਗ ਵਿੱਚ ਉਹਦੀ ਲੱਖਾਂ ਸਦਰਾਂ ਦੀ ਜਿਉਂਦੀ ਰੱਤ ਤੁਹਾਡੇ ਅੰਦਰ ਲੰਘਦੀ ਏ। ਬੇਸ਼ੱਕ ਉਹਦੀਆਂ ਅੱਖਾਂ ਦੇ ਡੇਲੇ ਕੱਢ ਕੇ ਖਾ ਲਓ, ਉਹ ਚੁੱਪ ਚੁਪਾਤਾ ਖਲੋਤਾ ਰਹੇਗਾ। ਤੇ ਸੱਚਮੁੱਚ ਮੋਇਆ ਹੋਇਆ ਬੰਦਾ ਕਿਸੇ ਨਾ ਕੰਮ ਦਾ, ਉਹਦੇ ਨਾਲੋਂ ਕੁੱਤੇ ਬਿੱਲੇ ਖਾ ਲੈਣੇ ਚੰਗੇ। ਦੂਜੇ ਗਿਰਜ ਦੇ ਸੂਹੇ ਤਾਲੂ ਵਿੱਚ ਰੱਤ ਦਾ ਸਲੂਣਾ ਸਵਾਦ ਫੁੱਟਿਆ ਤੇ ਉਹਨੇ ਆਪਣੀ ਚਿੰਝ ਘੁੱਟ ਕੇ ਮੀਟ ਲਈ, ਜੇ ਕਿਧਰੇ ਇਹ ਸਵਾਦ ਖੜਾਚ ਨਾ ਜਾਏ। ਤੂੰ ਕਦੀ ਬੰਦਾ ਨਹੀਂ ਖਾਦਾ? ਪਹਿਲੇ ਗਿਰਜ ਉਹਨੂੰ ਇੰਜ ਪੁੱਛਿਆ ਜਿਵੇਂ ਕੋਈ ਹਮਾਤੜ ਸਾਥ ਆਪਣੇ ਪੁੱਤਰ ਨੂੰ ਪੁੱਛਦਾ ਏ। ਓਏ ਤੂੰ ਕਦੀ ਖੰਡ ਵਾਲਾ ਸ਼ਰਬਤ ਨਹੀਂ ਪੀਤਾ? ਕੋਈ ਇੱਕ ਵਾਰ। ਦੂਜੇ ਗਿਰਜ ਚਿੰਝ ਖੋਲੀ। ਪਿਛਲੇ ਵਰੇ ਹੜ ਵਿੱਚ ਮੋਏ ਹੋਏ ਡੰਗਰਾਂ ਦੇ ਨਾਲ ਇੱਕ ਅੱਧ ਬੰਦੇ ਦੀ ਲਾਸ਼ ਵੀ ਤੇ ਆ ਜਾਂਦੀ ਸੀ। ਤੇ ਫੇਰ ਉਹ ਗੱਭਰੂ ਯਾਦ ਹੀ ਜਿਹੜਾ 4 ਜਮਾਤਾਂ ਪੜ੍ਹ ਕੇ ਸਮਝਣ ਲੱਗ ਪਿਆ ਜੇ ਉਹਨੂੰ ਚੌਧਰੀਆਂ ਨਾਲ ਮੱਥਾ ਡਾਣ ਦਾ ਹੱਕ ਮਿਲ ਗਿਆ ਏ। ਉਹਨੇ ਚੌਧਰੀ ਦੀਆਂ ਕੁੜਾਂ ਅੰਦਰ ਬੱਧੇ ਡੰਗਰਾਂ ਬਾਰੇ ਪੁਲਿਸ ਅੱਗੇ ਸ਼ਿਕਾਇਤ ਜਾ ਕੀਤੀ ਪਈ ਉਹ ਚੋਰੀ ਕੀਤੇ ਹੋਏ ਨੇ। ਅਗਲੇ ਦਿਹਾੜੇ ਉਹਦੇ ਡਕਰੇ ਬੇਲੇ ਵਿੱਚ ਖਿਲਰੇ ਹੋਏ ਸਨ। ਮੈਂ ਉਹਨੂੰ ਖਾਧਾ, ਪਰ ਡਕਰਿਆਂ ਵਿੱਚ ਲੱਤਾਂ ਬਾਹਾਂ ਤੇ ਢਿੱਡ ਤੇ ਹੈ ਸਨ, ਉਹਦਾ ਸਿਰ ਕੋਈ ਨਹੀਂ ਸੀ। ਸਵਾਦ ਨਾ ਆਇਆ। ਜੇ ਤੈਨੂੰ ਪਤਾ ਏ ਮੈਂ ਦਿਮਾਗ ਤੇ ਅੱਖਾਂ ਕਿੱਡੇ ਸ਼ੌਕ ਨਾਲ ਖਾਨਾ। ਫੇਰ ਉਹ ਸਵਾਣੀ ਵੀ ਸੀ ਜਿਹਨੂੰ ਰਾਤ ਨੂੰ ਬੱਸ ਨਾ ਲੱਭੀ ਤੇ ਉਹ ਵੇਟਿੰਗ ਰੂਮ ਵਿੱਚ ਜਾ ਸੁੱਤੀ। ਰਾਤੀ ਸ਼ਹਿਰ ਦੇ ਵੱਡਿਆਂ ਵਡੇਰਿਆਂ ਉਹਦਾ ਨਰੋਲ ਜੁੱਸਾ ਖੋ ਖਾਦਾ ਤੇ ਦਿਨੇ ਉਸੇ ਜੁੱਸੇ ਨੂੰ ਵੱਢ ਕੇ ਗੱਡੀ ਦੀ ਲਾਈਨ ਉੱਤੇ ਸੁੱਟ ਆਏ। ਮੈਂ ਉਹਨੂੰ ਵੀ ਖਾਦਾ। ਤੇ ਫੇਰ ਜਦੋਂ ਜੰਗਾਂ ਛਿੜਦੀਆਂ ਨੇ, ਇੰਨਾ ਜਿਹਾ ਬੰਦਾ ਮਰਦਾ ਏ ਪਈ ਜੇ ਮੇਰੇ ਕੋਲ ਕੋਲਡ ਸਟੋਰੇਜ ਦਾ ਬੰਦੋਬਸਤ ਹੋਵੇ ਤੇ ਉਹਨਾਂ ਸਭਨਾਂ ਨੂੰ ਸਾਂਭ ਛੜਾਂ ਤੇ ਕੁੱਲ ਹਯਾਤੀ ਪਿਆ ਚੁੰਝਾਂ ਮਾਰਾਂ। ਗੱਭਰੂਆਂ ਦੇ ਇਹ ਮੁਰਦੇ ਡਾਢੇ ਸਵਾਦੀ ਹੁੰਦੇ ਨੇ, ਕੁਝ ਸ਼ਹੀਦ ਤੇ ਕੁਝ ਕਾਫਰ। ਕੌਣ ਕੀ ਏ ਇਹ ਨਿਤਾਰਾ ਨਹੀਂ ਹੋ ਸਕਦਾ। ਸਰਹੱਦ ਦੇ ਇੱਕ ਪਾਸੇ ਇੱਕ ਸ਼ਹੀਦ ਤੇ ਦੂਜੇ ਪਾਸੇ ਉਹ ਮੋਇਆ ਹੋਇਆ ਬੰਦਾ ਕਾਫਰ। ਆਹੋ ਸੱਚ, ਮੈਨੂੰ ਤੇ ਭੁੱਲ ਹੀ ਗਿਆ ਸੀ। ਮੈਂ ਗੰਦੇ ਨਾਲੇ ਵਿੱਚ ਰੁੜਦਾ ਉਹ ਬਾਲ ਵੀ ਖਾਦਾ ਜਿੱਦਾ ਜੁੱਸਾ ਹਾੜੀ ਵੀ ਮਾਂ ਦੀ ਰੱਤ ਨਾਲ ਲਿਬੜਿਆ ਹੋਇਆ ਸੀ, ਜਿੱਦੀ ਹਯਾਤੀ ਦੀ ਕਲਾ ਚੱਲਣ ਤੋਂ ਪਹਿਲਾਂ ਹੀ ਖਲੋ ਗਈ ਸੀ। ਤੂੰ ਮੋਇਆ ਹੋਇਆ ਬੰਦਿਆਂ ਦੀਆਂ ਗੱਲਾਂ ਕਰਨਾ ਏ। ਕਦੀ ਕਿਸੇ ਜਿਉਂਦੇ ਜਾਗਦੇ ਜੁੱਸੇ ਵਿੱਚ ਵੀ ਚਿੰਝ ਮਾਰੀ ਆ? ਨਹੀਂ। ਦੂਜੇ ਗਿਰਜ ਇੱਕ ਭੁੱਖਾ ਹੌਕਾ ਭਰਿਆ, ਕਦੀ ਨਹੀਂ ਮਾਰੀ। ਤੇ ਫੇਰ ਆਪਣੀ ਚੁੰਝ ਹੋਰ ਤੇਜ਼ ਕਰ ਲੈ। ਮੋਏ ਹੋਏ ਬੰਦੇ ਖਾਣ ਦੇ ਵੇਲੇ ਲੰਘ ਗਏ। ਹੁਣ ਜ਼ਿਮੀਆਂ ਉੱਤੇ ਅਜੇ ਕਾਨੂੰਨ ਬਣ ਗਏ ਨੇ ਪਈ ਸਾਰੇ ਸੋਚਣ ਸਮਝਣ ਵਾਲੇ ਬੰਦੇ ਜਿਉਂਦਿਆਂ ਜਾਗਦਿਆਂ ਮਰ ਗਏ ਨੇ। ਅਸਾਂ ਖਾ ਖਾ ਆਫਰ ਜਾਣਾ, ਪਰ ਉਹਨਾਂ ਨਹੀਂ ਮੁਕਣਾ। ਤੇ ਫੇਰ ਉਡੀਕਾ ਦੀਏ ਆ ਇਸ ਬੰਦੇ ਨੂੰ ਖਾ ਲਈਏ। ਨਹੀਂ, ਹਾਲੀ ਨਹੀਂ। ਪਹਿਲੇ ਗਿਰਜ ਮੱਤ ਦਿੱਤੀ, ਹਾਲੀ ਨਹੀਂ ਵੇਲਾ ਆਇਆ। ਦੂਜੇ ਗਿਰਜ ਨੇ ਇੱਕ ਹੋਰ ਹੌਕਾ ਭਰਿਆ, ਧੌਣ ਲੰਮੀ ਕੀਤੀ ਤੇ ਮਹੀਨ ਅੱਖਾਂ ਨਾਲ ਹੇਠਾਂ ਵੇਖਣ ਲੱਗ ਪਿਆ। ਇੱਕ ਉਜਾੜ ਰੜਾ ਮੈਦਾਨ ਜਿੱਦਾ ਅੰਤ ਕੋਈ ਨਾ, ਬੇਹਿਸਾਬਾ ਚਿੱਟੀ ਕਲਰਾਠੀ ਜ਼ਿਮੀ ਜਿੱਥੋਂ ਤੀਕ ਨਜ਼ਰ ਪੜੇ, ਕਲਰ ਡੜਕਾ ਮਾਰਦਾ ਹੋਇਆ। ਵਿਚਕਾਰ ਇੱਕ ਬੰਦਾ ਕੱਲਮ ਕੱਲਾ, ਜਿਵੇਂ ਸਾਹ ਡੱਕ ਕੇ ਖਲੋਤਾ ਹੋਵੇ, ਜਿਵੇਂ ਪੱਥਰ ਦਾ ਬਾਵਾ ਹੋਵੇ। ਉਹਦੇ ਆਲੇ ਦੁਆਲੇ ਵੀ ਕੋਈ ਸ਼ੈ ਨਹੀਂ ਸੀ ਸਿਵਾਏ ਇੱਕ ਟੁੰਡ ਦੇ। ਪੱਤਰਾਂ ਤੇ ਸ਼ਾਖਾਂ ਤੋਂ ਬਗੈਰ ਬੰਦਾ ਤੇ ਟੁੰਡ ਦੋਵੇਂ ਸ਼ਈਆਂ ਗਿਰਜ ਨੂੰ ਇੰਝ ਜਾਪੀਆਂ ਜਿਵੇਂ ਕਿਸੇ ਨੇ ਪੱਥਰ ਦੀਆਂ ਮੂਰਤੀਆਂ ਘੜ ਕੇ ਉਸ ਪੱਧਰੇ ਮੈਦਾਨ ਵਿੱਚ ਖਿਲਾਰ ਦਿੱਤੀਆਂ ਨੇ।
ਜੇ ਮੈਂ ਇਸ ਪੱਥਰ ਦੇ ਬਾਵੇ ਨੂੰ ਚਿੰਝ ਮਾਰੀ ਤੇ ਕਿਧਰੇ ਮੇਰੀ ਚਿੰਝ ਤਰੋਟੀ ਨਾ ਜਾਏ। ਦੂਜੇ ਗਿਰਜ ਕਿਆਸ ਕੀਤਾ, ਉਹਦੇ ਬੇਲੀ ਗਿਰਜ ਸੱਚ ਆਖਿਆ ਸੀ, ਹਾਲੀ ਨਹੀਂ, ਹਾਲੀ ਵੇਲਾ ਨਹੀਂ ਆਇਆ। ਦੋ ਪਰਛਾਵੇਂ ਉਹਦੇ ਉੱਤੋਂ ਚੁੱਪ ਚੁਪੀਤੇ ਲੰਘੇ। ਬੰਦੇ ਇੱਕ ਲੰਮਾ ਸਾਹ ਲਿਆ ਤੇ ਦੌਣ ਉੱਚੀ ਕਰਕੇ ਅਸਮਾਨੀ ਨਜ਼ਰਾਂ ਕੱਢ ਦਿੱਤੀਆਂ। ਦੂਜੇ ਗਿਰਜ ਸੋਚਿਆ ਉਹ ਪੱਥਰ ਦੀ ਮੂਰਤੀ ਨਹੀਂ, ਸੱਚਮੁੱਚ ਦਾ ਬੰਦਾ ਏ। ਉਹਦੇ ਉੱਤੇ ਦੋ ਗਿਰਜ ਇੰਜ ਖੰਭ ਖਿਲਾਰ ਕੇ ਤਰਦੇ ਸਨ ਭਈ ਜਿਵੇਂ ਮੋਏ ਹੋਏ ਨੇ। ਇੱਕ ਅਜਿਹੀ ਗੁੱਡੀ ਹਾਰ ਜਿਹਦੀ ਹਯਾਤੀ ਦੀ ਡੋਰ ਕੱਪ ਗੱਤੇ ਤੇ ਉਹ ਡਿੱਗਣ ਤੋਂ ਪਹਿਲਾਂ ਪਲ ਦੀ ਪਲ ਉਂਝੇ ਹਵਾਵਾਂ ਉੱਤੇ ਤਰਦੀ ਰਹਿੰਦੀ ਏ। ਇਹ ਗਿਰਜ ਕਿਧਰੇ ਮੇਰੇ ਮਰਨ ਦੀ ਉਡੀਕ ਵਿੱਚ ਤੇ ਨਹੀਂ, ਕਿਧਰੇ ਅਸਮਾਨੋਂ ਲੱਥ ਕੇ ਮੇਰੀਆਂ ਬੋਟੀਆਂ ਨਾ ਕਰ ਛੱਡਣ। ਇਸ ਇਕਲਾਪੇ ਦੇ ਮੈਦਾਨ ਵਿੱਚ ਤੇ ਮੈਨੂੰ ਅਪੜਨ ਵਾਲਾ ਵੀ ਕੋਈ ਨਹੀਂ। ਚੁੰਝਾਂ ਦੇ ਮਾਸ ਵਿੱਚ ਖੁੱਬਣ ਦੀ ਪੀੜ ਮੇਰੇ ਕੋਲੋਂ ਸਹਿ ਨਹੀਂ ਸਕੀ ਜਾਣੀ। ਪਰ ਕਿਉਂ ਨਹੀਂ ਸਹੀ ਜਾਣੀ? ਉਹ ਨਿੰਮਾ ਨਿੰਮਾ ਹੱਸਿਆ। ਮੇਰੇ ਜੁੱਸੇ ਨੂੰ ਤੇ ਗਿਰਜਾਂ ਦੀਆਂ ਚਿੰਝਾਂ ਸਹਿਣ ਦੀ ਆਦਤ ਏ। ਇਹ ਗੱਲ ਵੱਖਰੀ ਏ ਵੀ ਚਿੰਝਾਂ ਮੇਰੇ ਆਪਣੇ ਭਾਈ ਬੰਦਾਂ ਦੀਆਂ ਸਨ, ਜਿਨ੍ਹਾਂ ਮੈਨੂੰ ਖੋਹ ਖਾਦਾ। ਹੁਣ ਮੈਂ ਪੀੜ ਤੇ ਸੁੱਖ ਦੀਆਂ ਮੰਜ਼ਲਾਂ ਤੋਂ ਕਿਧਰੇ ਦੁਰਾਡਾ ਨਿਕਲ ਗਿਆ ਹੋਇਆ। ਗਿਰਜਾਂ ਨੂੰ ਆਣ ਦਿਓ। ਉਹਨਾਂ ਦੀਆਂ ਚੁੰਝਾਂ ਮੇਰੇ ਮਾਸ ਵਿੱਚ ਬਿਸ਼ੱਕ ਇੰਜ ਖੁੱਭ ਜਾਣ ਜਿਵੇਂ ਸਜਰੇ ਮੱਖਣ ਵਿੱਚ ਸਵਾਣੀ ਦੀ ਉਂਗਲ ਖੁੱਭਦੀ ਏ, ਤੇ ਤਾਂ ਵੀ ਮੈਨੂੰ ਉੱਕਾ ਪਤਾ ਵੀ ਨਹੀਂ ਲੱਗੇਗਾ। ਬੰਦੇ ਅਸਮਾਨ ਵੱਲੋਂ ਨਜ਼ਰਾਂ ਮੋੜੀਆਂ ਤੇ ਉਸ ਟੁੰਡ ਵੱਲ ਵੇਖਿਆ ਜਿਹੜਾ ਐਸ ਨਾ ਮੁੱਕਣ ਵਾਲੇ ਰੜੇ ਮੈਦਾਨ ਵਿੱਚ ਉਹਦਾ ਕੱਲਾ ਸਾਹ ਲੈਣ ਵਾਲਾ ਬੇਲੀ ਸੀ। ਇਹ ਟੁੰਡ ਹਮੇਸ਼ ਤੋਂ ਉੱਥੇ ਹੀ ਨਹੀਂ ਸੀ। ਪੈੜੇ ਤੇ ਇਹ ਥਾਂ ਵੀ ਸਾਰੇ ਆਲੇ ਦੁਆਲੇ ਯਾਰ ਪੱਧਰੀ ਤੇ ਬੰਜਰ ਸੀ। ਫੇਰ ਜਿਉਂ-ਜਿਉਂ ਵੇਲਾ ਲੰਘਿਆ, ਹੌਲੀ-ਹੌਲੀ ਜ਼ਿਮੀ ਦੇ ਇੱਕ ਨਿੱਕੇ ਜਿਹੇ ਬੰਜਰ ਟੋਟੇ ਉੱਤੇ ਦੱਬ ਉੱਗਣ ਲੱਗ ਪਈ। ਅਜਿਹੀ ਦੱਬ ਜਿਹੜੀ ਨਾ ਤੇ ਕਦੀ ਸਾਵੀ ਹੁੰਦੀ ਸੀ ਤੇ ਨਾ ਹੀ ਉੱਕਾ ਮੁੱਕਾ ਸੁੱਕਦੀ ਸੀ। ਇਹ ਦੱਬ ਆਪਣੀ ਹਯਾਤੀ ਲਈ ਜ਼ਿਮੀ ਵਿੱਚੋਂ ਅਣਗਿਣਤ ਜ਼ਮਾਨਿਆਂ ਵਿੱਚ ਮੋਇਆ ਹੋਇਆ ਇਨਸਾਨਾਂ ਦੀਆਂ ਹੱਡੀਆਂ ਦੀ ਰੱਤ ਚੂਪਦੀ ਸੀ। ਪਰ ਇਹ ਰੱਤ ਪੀਣ ਨਾਲ ਵੀ ਦੱਬ ਵਿੱਚ ਸੂਹੇ ਫੁੱਲ ਨਾ ਖਿੜੇ। ਅਜਿਹੇ ਫੁੱਲ ਜਿਹੜੇ ਪਲ ਦੀ ਪਲ ਲਈ ਗਿਆਂ ਨੂੰ ਮੋੜ ਲਿਆਉਂਦੇ ਨੇ। ਉਹਨਾਂ ਦੇ ਗਵਾਚੇ ਹੋਏ ਮੁਹਾਂਦਰੇ ਸੂਹੇ ਫੁੱਲਾਂ ਵਿੱਚੋਂ ਝਾਤੀਆਂ ਮਾਰਨ ਲੱਗ ਪੈਂਦੇ ਨੇ। ਦੱਬ ਉਂਝ ਦੀ ਉਂਝ ਹੀ ਰਹੀ, ਨਾ ਉੱਕਾ ਸਾਵੀ ਤੇ ਨਾ ਨਿਰੀ ਪੂਰੀ ਸੁੱਕੀ। ਇੰਜ ਵੇਲਾ ਲੰਘਦਾ ਗਿਆ। ਅਣਗਿਣਤ ਸਵੇਰਾਂ ਵਿੱਚੋਂ ਇੱਕ ਸਵੇਰ ਅਜਿਹੀ ਆਈ ਜਦੋਂ ਬੰਦੇ ਨੇ ਵੇਖਿਆ ਪਈ ਉਹਦੇ ਸਾਹਮਣੇ ਉਹਦਾ ਇੱਕ ਹਮਜ਼ਾਦ ਖਲੋਤਾ ਹੋਇਆ ਏ, ਉਹਦਾ ਆਪਣਾ ਪਰਛਾਵਾਂ। ਬੰਦੇ ਨੂੰ ਡਾਢਾ ਚਾਮਲ ਚੜਿਆ ਪਈ ਇਸ ਵਿਰਾਨੇ ਵਿੱਚ ਉਹਦਾ ਇਕਲਾਪਾ ਬੰਨਣ ਲਈ ਇੱਕ ਹੋਰ ਰੂਹ ਆ ਗਈ ਏ। ਪਰ ਨਾ ਤੇ ਉਹਦਾ ਹਮਜ਼ਾਦ ਸੀ ਤੇ ਨਾ ਪਰਛਾਵਾਂ। ਇਹ ਸੁੱਕਾ ਸੜਿਆ ਪੱਤਰੋਂ ਸ਼ਾਖੋਂ ਬਗੈਰ ਇੱਕ ਟੁੰਡ ਸੀ। ਦੂਰੋਂ ਇੰਜੇ ਜਾਪਦਾ ਜਿਵੇਂ ਕੋਈ ਬੰਦਾ ਬਾਹਾਂ ਖਿਲਾਰ ਕੇ ਖਲੋਤਾ ਹੋਇਆ ਏ, ਜਿਵੇਂ ਯਸੂ ਮਸੀਹ ਸਲੀਬ ਉੱਤੇ ਪਰੋਇਆ ਹੋਵੇ। ਬੰਦੇ ਸੋਚਿਆ ਮੈਂ ਵੀ ਝੱਲਾ ਹਾਂ। ਮੇਰੇ ਯਾਰ ਕਿੰਨੇ ਲੋਕੀ ਦੀਨ ਦੁਨੀਆ ਤੋਂ ਵੱਖ ਹੋ ਕੇ ਵਿਰਾਨਿਆਂ ਵਿੱਚ ਆ ਖਲੋਂਦੇ ਨੇ। ਐਸ ਬਿਆਬਾਨ ਵਿੱਚ ਹੋਰ ਕਿੰਨੇ ਆਉਣਾ ਏ। ਫੇਰ ਵੀ ਸ਼ੁਕਰ ਏ ਮੇਰਾ ਇਕਲਾਪਾ ਟੁੱਟਿਆ। ਇਨਸਾਨ ਨਾ ਸਹੀ, ਜ਼ਿਮੀ ਰਾਹੀਂ ਸਾਹ ਲੈਣ ਵਾਲਾ ਟੁੰਡ ਹੀ ਸਹੀ। ਇੰਜ ਉਹ ਟੁੰਡ ਫੁੱਲਾਂ ਪੱਤਰਾਂ ਬਾਝੋਂ ਸੁੱਕੀ ਲੱਕੜ ਦਾ ਬਾਵਾ ਉਹਦਾ ਬੇਲੀ ਬਣ ਗਿਆ। ਬੰਦਾ ਤੇ ਟੁੰਡ ਕਲਰਾਠੀ ਜ਼ਿਮੀ ਦੇ ਇੱਕ ਬੇਬਹਾ ਸਮੁੰਦਰ ਵਿੱਚ ਨਿੱਕੇ ਨਿੱਕੇ ਦੋ ਜਜ਼ੀਰੇ। ਉਸ ਲੰਮੇ ਚਪੜੇ ਮੈਦਾਨ ਵਿੱਚ ਹਮੇਸ਼ ਰੁੱਤਾਂ ਬਦਲਦੀਆਂ ਰਹਿੰਦੀਆਂ ਸਨ। ਇੱਕੋ ਰੁੱਤ ਸਦਾ ਨਹੀਂ ਸੀ ਰਹਿੰਦੀ। ਕਦੀ ਅਚਣਚੇਤ ਸੂਰਜ ਦੀ ਕੁੱਖ ਵਿੱਚੋਂ ਭਾਂਬੜਾਂ ਦੇ ਡੋਬੂ ਹੜ ਨਿਕਲ ਕੇ ਬਣਦੇ, ਟੁੰਡ ਤੇ ਆਲੇ ਦੁਆਲੇ ਵਿਛੇ ਮੈਦਾਨ ਉੱਤੇ ਡੁੱਲਣ ਲੱਗ ਪੈਂਦੇ। ਚਿੱਟੀ ਕਲਰਾਠੀ ਜ਼ਿਮੀ ਵਿੱਚੋਂ ਲੰਬੂਆਂ ਦੀਆਂ ਸੂਈਆਂ ਜਿੱਬਾਂ ਸ਼ੂਕਦੀਆਂ ਸੂਰਜ ਤਾਈਂ ਅੱਪੜ ਜਾਂਦੀਆਂ। ਇੰਜ ਭਾਂਬੜਾਂ ਦੇ ਹੜ ਤੇ ਲੰਬੂਆਂ ਦੀਆਂ ਜਿੱਬਾਂ ਰਲ ਕੇ ਇੱਕੋ ਮਿੱਕੋ ਹੋ ਜਾਂਦੇ ਤੇ ਸੂਰਜ ਤੇ ਜ਼ਿਮੀ ਦੇ ਵਿਚਕਾਰ ਹਰ ਸ਼ੈ ਲੂਸਣ ਲੱਗ ਪੈਂਦੀ। ਟੁੰਡ ਦੇ ਦੋਵੇਂ ਟਾਹਣ ਤੇ ਮੁੱਢ ਨਿੰਮਾ ਨਿੰਮਾ ਦੁਖਣ ਲੱਗ ਪੈਂਦੇ ਤੇ ਬੰਦਾ ਉਹ ਤੇ ਪਹਿਲੇ ਹੀ ਲੂਸਿਆ ਹੋਇਆ ਸੀ। ਚਾਰ ਚੁਫੇਰੇ ਇੰਜ ਰੌਲਾ ਪੈ ਜਾਂਦਾ ਜਿਵੇਂ ਅਰਸ਼ ਮੁਨੱਵਰ ਦੇ ਸਾਰੇ ਬੂਹੇ ਆਪੋ ਆਪ ਪੈ ਖੜਕਦੇ ਨੇ। ਕੁਝ ਚਿਰ ਪਿੱਛੋਂ ਭਾਂਬੜਾਂ ਦੇ ਹੜ ਸੁੱਕਣ ਲੱਗ ਪੈਂਦੇ ਆਪਣੀ ਗਰਮਾਈ ਵਿੱਚ ਤੇ ਫੇਰ ਪਿਛਲੀ ਪੈਰੀ ਮੁੜ ਸੂਰਜ ਅੰਦਰ ਜਾ ਦਫਨ ਹੁੰਦੇ। ਲੰਬੂਆਂ ਦੀਆਂ ਜਿੱਬਾਂ ਸੁੰਗੜਦੀਆਂ, ਜ਼ਿਮੀ ਉਹਨਾਂ ਨੂੰ ਖਿੱਚ ਕੇ ਆਪਣੇ ਅੰਦਰ ਲੁਕਾ ਲੈਂਦੀ ਤੇ ਫੇਰ ਘੁੱਟ ਕੇ ਠੰਡਿਆਂ ਕਰ ਛੱਡਦੀ। ਲਿਸ਼ਕਾਰੇ ਮਾਰਦੀ ਸ਼ੀਸ਼ਾ ਧੁੱਪ ਹੌਲੀ ਹੌਲੀ ਇੰਜ ਨਿੰਮੀ ਹੋਣ ਲੱਗ ਪੈਂਦੀ ਜਿਵੇਂ ਕਿਸੇ ਦਾ ਕੰਟਰੋਲ ਸੁੱਚ ਮਰੋੜ ਕੇ ਇਹਦੀ ਗਰਮਾਈ ਨੂੰ ਨਿੰਮਾ ਕਰ ਦਿੱਤਾ ਹੈ। ਮੌਤ ਦਾ ਪਰਛਾਵਾਂ ਵੀ ਤੇ ਹਯਾਤੀ ਦੀ ਗਰਮਾਈ ਨੂੰ ਹੌਲੀ ਹੌਲੀ ਚੂਪ ਲੈਂਦਾ ਹੈ। ਇੰਜੇ ਅਰਸ਼ਾ ਵਿੱਚੋਂ ਗਰਮਾਈ ਨਿਚੜਨ ਲੱਗ ਪੈਂਦੀ। ਬਲਦੀ ਜ਼ਿਮੀ ਠੰਡੀ ਸਹਿਤ ਹੋ ਜਾਂਦੀ। ਟੁੰਡ ਵਿੱਚੋਂ ਨਿਕਲਦਾ ਧੂੰਆਂ ਖਿੱਲਰ ਪੁੱਲਰ ਜਾਂਦਾ ਤੇ ਠੰਡ ਨਾਲ ਉਹਦੇ ਟਾਣ ਕੜਕਣ ਲੱਗ ਪੈਂਦੇ। ਠੰਡੀਆਂ ਸਹਿਤ ਹਵਾਵਾਂ ਉਡਾਰੂ ਸੱਪਾਂ ਆਰ ਸ਼ੂਕਣ ਲੱਗ ਪੈਂਦੀਆਂ। ਸਾਰਾ ਮੈਦਾਨ ਇੱਕ ਮੋਏ ਹੋਏ ਬੰਦੇ ਦੀਆਂ ਗੱਲਾਂ ਆਰ ਹੋ ਜਾਂਦਾ। ਰੁੱਤੋਂ ਨਿਚੜਿਆ ਤੇ ਠੰਡਾ ਠਾਰ।
ਬੰਦੇ ਦੇ ਜੁੱਸੇ ਵਿੱਚੋਂ ਬਰਫ਼ਾਂ ਦੀਆਂ ਸੈਤ ਬਲਮਾਂ ਖੁੱਭ ਜਾਂਦੀਆਂ। ਉਹਦੇ ਪੈਰਾਂ ਹੇਠ ਦੀ ਜ਼ਮੀਨ ਵੀ ਚਾਰ ਚੁਫੇਰੇ ਦੀ ਹਰ ਸ਼ੈ ਹਾਰ ਠੰਡੀਆਂ ਸੂਲਾਂ ਬਣ ਜਾਂਦੀ। ਹੇਠੋਂ ਪਾਲਾ ਉਹਦੇ ਟੁੱਟੇ ਹੋਏ ਬੂਟਾਂ ਵਿੱਚੋਂ ਸਿਮ ਕੇ ਉੱਤੇ ਚੜਦਾ ਤੇ ਲੱਤਾਂ ਗੋਡਿਆਂ ਨੂੰ ਕਾਂਬੂ ਚਾੜਦਾ ਉਹਦੇ ਦਿਲ ਕੋਲ ਜਾ ਆਪੜਦਾ। ਪਰ ਉਹਦਾ ਦਿਲ ਤੇ ਹਮੇਸ਼ ਤੋਂ ਇੱਕ ਭਾਂਬੜ ਸੀ। ਬਾਹਰ ਪਾਲਾ ਹੋਵੇ ਜਾਂ ਗਰਮੀ, ਅੰਦਰ ਸਾਈਂ ਦਾ ਮੱਝ ਹਮੇਸ਼ ਬਲਦਾ ਰਹਿੰਦਾ ਸੀ। ਐਸ ਭਾਂਬੜ ਦਾ ਸੇਕ ਪਾਲੇ ਦਾ ਰਾਹ ਡੱਕ ਖਲੋਂਦਾ। ਹੇਠੋਂ ਪਾਲੇ ਦਾ ਜ਼ੋਰ ਤੇ ਉੱਤੋਂ ਦਿਲ ਵਿੱਚ ਬਲਦੇ ਮੱਝ ਦਾ ਸੇਕ, ਦੋਵੇਂ ਸ਼ਰੀਕਾਂ ਹਾਰ ਹਮੇਸ਼ ਮੱਥਾ ਡਾਈ ਰੱਖਦੇ। ਇੰਜ ਨਾ ਪਾਲਾ ਸੁੱਕਦਾ ਤੇ ਨਾ ਸੇਕ। ਕਦੀ ਕਦਾਰ ਉੱਕਾ ਗੁੰਮਾ ਹੋ ਜਾਂਦਾ। ਹਵਾ ਉਸ ਮੈਦਾਨ ਵੱਲ ਆਉਣ ਵਾਲੀਆਂ ਸਾਰੀਆਂ ਰਾਵਾਂ ਭੁੱਲ ਜਾਂਦੀ। ਇੱਕ ਬੁੱਲੇ ਦੀ ਫੂਕ ਵੀ ਨਾ ਸੁਣੀਂਦੀ। ਮੈਦਾਨ ਹਵਾ ਦੀ ਉਡਾਰੀ ਨੂੰ ਉਡੀਕਦਾ, ਪਰ ਉਹ ਰਾਵਾਂ ਭੁੱਲੀ ਰਹਿੰਦੀ। ਬੰਦੇ ਦਾ ਸਾਹ ਘੁੱਟ ਗਤਦਾ। ਉਹਦੇ ਲੂੰ ਤਰਿਹਾਏ ਪਖੇਰੂਆਂ ਆਰ ਮੂੰਹ ਅੱਡ ਦਿੰਦੇ। ਜੇ ਮੈਂ ਇੰਜੇ ਹਬਸ ਵਿੱਚ ਤਾਜ਼ਾ ਹਵਾ ਦੇ ਬਗੈਰ ਹਯਾਤੀ ਲੰਘਾਣੀ ਸੀ ਤੇ ਫੇਰ ਮੈਨੂੰ ਇਸ ਮੈਦਾਨ ਵਿੱਚ ਆਉਣ ਦੀ ਕਾਹਦੀ ਲੋੜ ਸੀ। ਉੱਥੇ ਉਸੇ ਜਹਾਨ ਅੰਦਰ ਰਹਿੰਦਾ ਜਦੋਂ ਬੰਦੇ ਦੇ ਫਿਫੜੇ ਉਹਨੂੰ ਦੱਸ ਪਾਉਂਦੇ ਭਈ ਅਸਾਂ ਇਸ ਸਾਰੇ ਮੈਦਾਨ ਵਿੱਚੋਂ ਹਵਾ ਦੀ ਅਖੀਰਲੀ ਮੁੱਠ ਲਵੇਟ ਕੇ ਆਪਣੇ ਅੰਦਰ ਪਾ ਲਈਏ ਤੇ ਫੇਰ ਖਬਰੇ ਕਿੱਥੋਂ ਹਵਾ ਦਾ ਇੱਕ ਬੁੱਲਾ ਗਵਾਚੇ ਹੋਏ ਬਾਲ ਆਰ ਉਹਦੇ ਖੁੱਲੇ ਸਹਿਕਦੇ ਮੂੰਹ ਵਿੱਚ ਘਾਰ ਵਿੱਚ ਆ ਵੜਦਾ। ਇਹਦੇ ਨਾਲ ਹੀ ਝੱਖੜ ਝੁੱਲ ਪੈਂਦੇ। ਹਨੇਰੀਆਂ ਦੇ ਹੋਕੇ ਸ਼ੂਕਣ ਲੱਗ ਪੈਂਦੇ। ਕਲਰ ਜ਼ਿਮੀ ਦੀ ਕੁਛੜੋਂ ਵੱਖ ਹੋ ਕੇ ਇੰਜ ਅਸਮਾਨੀ ਉੱਡਦਾ ਭਈ ਸਾਰਾ ਮੈਦਾਨ ਇੱਕ ਚਿੱਟੇ ਵਰਕੇ ਹਾਰ ਜਾਪਣ ਲੱਗ ਪੈਂਦਾ। ਵਾਹ ਵਰੋਲੇ ਲੱਖਾਂ ਚੱਕੀਆਂ ਵਾਂਗ ਹਰ ਪਾਸੇ ਚੱਲਣ ਲੱਗ ਪੈਂਦੇ ਤੇ ਬੰਦਾ ਇਹਨਾਂ ਦੇ ਪੁੜਾਂ ਵਿਚਕਾਰ ਪੀਠਾ ਜਾਂਦਾ ਤੇ ਫੇਰ ਇੱਕੋ ਵਾਰੀ ਹਨੇਰੀ ਮੱਠੀ ਹੋ ਜਾਂਦੀ। ਝੱਖੜ ਸਾਹ ਡੱਕ ਲੈਂਦੇ। ਇੰਜ ਸੂਰਜ ਵਿੱਚੋਂ ਭਾਂਬੜ ਡੁੱਲਦੇ ਰਹੇ, ਪਾਲਿਆਂ ਦੇ ਸਮੁੰਦਰ ਛੱਲਾਂ ਮਾਰਦੇ ਰਹੇ, ਹਨੇਰਿਆਂ ਦੇ ਝੱਖੜ ਝੁੱਲਦੇ ਰਹੇ ਤੇ ਬੰਦਾ ਬਦਲੀਆਂ ਰੁੱਤਾਂ ਦੇ ਐਸ ਮੇਲੇ ਵਿਚਕਾਰ ਬੇਲੇ ਵਿੱਚ ਗਵਾਚੇ ਇੱਕ ਮੁਸਾਫਰਾਰ ਹਰਿਆਣ ਖਲੋਤਾ ਉਡੀਕਦਾ ਰਿਹਾ। ਕਿਹਨੂੰ, ਕਾਦੀ ਉਡੀਕ, ਇਹ ਉਹਨੂੰ ਕੋਈ ਇਲਮ ਨਹੀਂ ਸੀ। ਪਰ ਇਹ ਉਜਾੜ ਮੈਦਾਨ, ਬੇਅੰਤ ਮੈਦਾਨ ਕਿੱਥੇ ਸੀ? ਐਸ ਜਹਾਨ ਦੀ ਕਿਹੜੀ ਗੁੱਠੇ ਲੁਕਿਆ ਹੋਇਆ ਸੀ? ਇਸ ਗੱਲ ਦਾ ਕੋਈ ਵੀ ਜਾਣੂ ਨਹੀਂ ਸੀ। ਕਿਸੇ ਨੂੰ ਕੁਝ ਪਤਾ ਨਹੀਂ ਸੀ। ਇਹ ਸਵਾਲ ਹੀ ਰਿਹਾ। ਕਿਸੇ ਜਵਾਬ ਨਾ ਦਿੱਤਾ। ਖਬਰੇ ਹੋਣ ਤੇ ਨਾ ਹੋਣ ਵਿਚਕਾਰ ਕਿਧਰੇ ਜਾਂ ਬੰਦੇ ਦੇ ਖਿਆਲਾਂ ਵਿੱਚ ਖਬਰੇ ਕਿੱਥੇ ਸੀ। ਇੱਕ ਹਾਸਾ ਸੌਣ ਦੀ ਕਾਲੀ ਬਦਲੀ ਡਿੱਗਣ ਤੋਂ ਅਗਦੋਂ ਕੜਕਦੀ ਏ ਇੰਜ ਦਾ। ਇਹ ਕੜਕ ਉਹਦੇ ਆਲੇ ਦੁਆਲੇ ਵਿਰਾਨੇ ਵਿੱਚ ਗੂੰਜੀ ਜਿਵੇਂ ਕੁੱਲ ਖੁਦਾਈ ਹੱਸਣ ਲੱਗ ਪਏ। ਹਸ਼ਰ ਦਿਹਾੜੇ ਖਲਕਤ ਦਾ ਰੌਲਾ, ਹਾਸਾ ਚਾਰ ਚੁਫੇਰੇ ਖਿਲਰ ਗਿਆ। ਪਰ ਬੰਦਾ ਉਹ ਤੇ ਚੁੱਪ ਸੀ। ਹੋਠ ਮੀਟੇ ਹੋਏ ਸਨ। ਘੁੱਟ ਕੇ ਕੌਣ ਹੱਸਿਆ ਏ? ਉਹਨੇ ਆਲੇ ਦੁਆਲੇ ਹਰ ਸ਼ੈ ਨੂੰ ਗੌਰ ਨਾਲ ਵੇਖਿਆ। ਉਜਾੜ ਮੈਦਾਨ ਤੇ ਵਿਚਕਾਰ ਟੁੰਡ ਦੀ ਸਲੀਬ, ਸਾਰੇ ਚੁੱਪ ਸਨ। ਉਹਨੇ ਆਪਣੇ ਅੰਦਰ ਝਾਤੀ ਮਾਰੀ। ਇਹ ਹਾਸਾ ਤੇ ਉਹਦਾ ਆਪਣਾ ਸੀ। ਚੁੱਪ ਦੇ ਸੱਪ ਕੋਲੋਂ ਹੌਲੀ ਜਿਹੀ ਲੰਘ ਕੇ ਬਾਹਰ ਆਉਣ ਵਾਲਾ ਹਾਸਾ, ਉਹਦੇ ਆਪਣੇ ਬੁੱਲਾਂ ਦਾ ਮਫਰੂਰ। ਜਦੋਂ ਚੁੱਪ ਦਾ ਸੱਪ ਉਹਦੇ ਹੋਠਾਂ ਤੇ ਕੁੰਡਲੀ ਮਾਰ ਕੇ ਬੈਠਾ, ਉਸੇ ਵੇਲੇ ਅੰਦਰ ਅਮਨ ਅਮਾਨ ਹੋ ਗਿਆ। ਉਦੋਂ ਅਗਦੋਂ ਜਦ ਵੀ ਉਹਨੇ ਇਸ ਸੱਪ ਦੇ ਸਰੀਰ ਨੂੰ, ਚੁੱਪ ਦੀ ਇਸ ਜੌਂਕ ਨੂੰ ਹੋਠਾਂ ਤੋਂ ਧਰੂ ਕੇ ਲਾਇਆ ਤੇ ਬੋਲਿਆ ਤਾਂ ਇੰਜ ਜਾਪਿਆ ਜਿਵੇਂ ਉਹਦੀਆਂ ਟਾਰਾਂ ਕੁੱਲ ਜਹਾਨ ਵਿੱਚ ਅਵਾਰਾ ਰੂਹਾਂ ਖਿਲਰ ਗਈਆਂ ਨੇ। ਪਰ ਫੇਰ ਹਰ ਪਾਸੇ ਚੁੱਪ ਹੀ ਰਹੀ। ਉਹਨੂੰ ਆਪਣੀਆਂ ਟਾਰਾਂ ਦਾ ਕੋਈ ਜਵਾਬ ਨਾ ਮਿਲਿਆ। ਬੋਲ ਬੋਲ ਕੇ ਉਹਦਾ ਸੰਗ ਬਹਿ ਗਿਆ। ਕਿਸੇ ਥੋ ਨਾ ਕੀਤਾ, ਜਵਾਬ ਨਾ ਦਿੱਤਾ। ਜੇ ਉਹਨਾਂ ਸਭਨਾਂ ਕੋਲ ਬੰਦੇ ਦੇ ਸਵਾਲਾਂ ਦਾ ਜਵਾਬ ਕੋਈ ਨਹੀਂ ਸੀ। ਉਹ ਥੱਕ ਤਰੁੱਟ ਕੇ ਚੁੱਪ ਕਰ ਰਿਹਾ ਤੇ ਮੁੜ ਚੁੱਪ ਦੇ ਸੱਪ ਨੂੰ ਹੋਠਾਂ ਤੇ ਬਹਾ ਕੇ ਉਹਨੂੰ ਸਾਵਾਂ ਦੀ ਹਵਾੜ ਦਾ ਦੁੱਧ ਪਿਆ ਕੇ ਪਾਲਣ ਲੱਗ ਪਿਆ। ਅੰਦਰ ਅਮਨ ਅਮਾਨ ਹੋ ਗਿਆ। ਫੇਰ ਜਦੋਂ ਤੀਕਰ ਉਹ ਜਹਾਨ ਵਿੱਚ ਰਿਹਾ, ਉਹਨੇ ਚੁੱਪ ਦਾ ਸੱਪ ਖਜ਼ਾਨੇ ਦੇ ਚੌਕੀਦਾਰ ਆਰ ਹੋਠਾਂ ਤੇ ਬਹਾਈ ਰੱਖਿਆ। ਕਿਉਂ ਜੋ ਉਹ ਆਖਦਾ ਸੀ, ਸੋਚਦਾ ਸੀ, ਉਹਨਾਂ ਅੱਖਰਾਂ ਦੇ ਖਜ਼ਾਨੇ ਦਾ ਉੱਥੇ ਉਸ ਜਹਾਨ ਅੰਦਰ ਕੋਈ ਵਪਾਰੀ ਨਹੀਂ ਸੀ। ਪਰ ਅੱਜ ਇਹ ਹਾਸਾ ਕਿਹੜੇ ਪਾਸਿਓਂ ਆ ਗਿਆ ਏ? ਚੁੱਪ ਦੀ ਕੁੜ ਵਿੱਚ ਕਿੰਨੇ ਸੰਨ ਲਾਈ ਏ? ਉਹਨੇ ਡਰਦਿਆਂ ਡਰਦਿਆਂ ਹੋਠਾਂ ਤੇ ਜਿਬ ਫੇਰੀ। ਹਲਦੀ ਜਿਬ ਨੂੰ ਹਮੇਸ਼ਾਰ ਚੁੱਪ ਦੇ ਸੱਪ ਨੇ ਡੰਗ ਨਾ ਮਾਰਿਆ। ਮੋਹਰੇ ਦਾ ਸਵਾਦ ਵੀ ਨਾ ਆਇਆ। ਵੈਰੀ ਦੇ ਕੂਲੇ ਜੁੱਸੇ ਰਾਹ ਨਾ ਡਕਿਆ। ਉਹ ਸੱਪ ਕਿਧਰੇ ਪਿਛਾਂ ਹੀ ਰਹਿ ਗਿਆ ਸੀ, ਉਸੇ ਜਹਾਨ ਅੰਦਰ ਜਿੱਥੇ ਅਜੇ ਸੱਪਾਂ ਦੀ ਲੋੜ ਹੁੰਦੀ ਏ। ਹੁਣ ਉਹਦੇ ਹੋਠਾਂ ਤੇ ਕੋਈ ਪੈਰਾ ਨਹੀਂ ਸੀ। ਬੋਲਣ ਲਈ ਆਜ਼ਾਦ ਸੀ।
ਉਹਦੇ ਬੁੱਲਾਂ ਦੇ ਮਫਰੂਰ ਨੇ ਉਹਨੂੰ ਇੱਕ ਵਾਰੀ ਫੇਰ ਆਜ਼ਾਦ ਕਰ ਦਿੱਤਾ ਸੀ। ਤਾਂ ਉਹ ਰੱਜ ਕੇ ਹੱਸਿਆ। ਉਹਨੇ ਧੌਣ ਉੱਚੀ ਕਰਕੇ ਆਪਣੇ ਉੱਤੇ ਨਜ਼ਰ ਮਾਰੀ। ਦੋਵੇਂ ਗਿਰਜ ਉਹਦੇ ਜੰਗਲੀ ਹਾਸੇ ਦੀ ਕੜਕ ਤੋਂ ਤਰਟ ਕੇ ਅਸਮਾਨੀ ਤਾਰੇ ਹੋ ਗਏ ਸਨ। ਉਹ ਐਸ ਉਜਾੜ ਮੈਦਾਨ ਵਿੱਚ ਕਿਉਂ ਅਪੜ ਗਿਆ? ਮੈਂ ਇੱਥੇ ਕੀ ਕਰਨ ਆਇਆ? ਮੈਨੂੰ ਕਾਹਦੀ ਉਡੀਕ ਏ? ਕਿੰਨਾ ਹੱਥਾਂ ਮੈਨੂੰ ਧੱਕ ਕੇ ਇੱਥੇ ਪਹੁੰਚਾਇਆ ਏ? ਉਹਨੇ ਆਪਣੇ ਅੰਦਰ ਨੂੰ ਪੁੱਛਿਆ ਤੇ ਉਹਦੇ ਦਿਮਾਗ ਦੀ ਜ਼ਿਮੀ ਵਿੱਚ ਪਿਛਲਿਆਂ ਸਮਿਆਂ ਦੇ ਹੱਲ ਦਾ ਜ਼ਿੰਗਾਰੀ ਫਾੜਾ ਖੁੱਭਿਆ ਤੇ ਚੱਲਣ ਲੱਗ ਪਿਆ ਡੂੰਘਾ ਤੇ ਵਧੀਕ।